ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਵਰਿੰਦਰ ਭਿੰਡਰ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਵੌਇਸ ਆਫ ਇੰਡੀਆ। ਪਿਛਲੇ ਕੁਝ ਘੰਟਿਆਂ ਦੌਰਾਨ ਕਿਸਾਨੀ ਅੰਦੋਲਨ ਦੇ ਮੋਹਤਵਾਰ ਨੁਮਾਇੰਦਿਆਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਏਜੰਡੇ ਫਿਕਸ ਕੀਤੇ ਗਏ ਆ, ਕਿਉਂਕਿ ਪਿਛਲੇ ਦਿਨਾਂ ਦੌਰਾਨ ਸਰਕਾਰ ਲਗਾਤਾਰ ਕਹਿ ਰਹੀ ਸੀ ਕਿ ਮੀਟਿੰਗ ਕਰੋ, ਕਿਸਾਨ ਜਥੇਬੰਦੀਆਂ ਮੀਟਿੰਗ ਨਹੀਂ ਕਰਦੀਆਂ। ਤਾਂ ਉਸੇ ਹੀ ਜਿਹੜੇ ਸਬੰਧ ਦੇ ਵਿੱਚ ਰਾਤ ਪਿਛਲੇ ਕੁਝ ਘੰਟਿਆਂ ਦੌਰਾਨ ਮੀਟਿੰਗ ਹੋਈ ਆ ਤੇ ਉਹਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਹਨ ਉੱਘੇ ਪੱਤਰਕਾਰ ਅਤੇ ਬੁੱਧੀਜੀਵੀ ਸਰਦਾਰ MP ਸਿੰਘ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ ਵੈਰੀ ਮਚ। ਜੀ ਆਇਆਂ ਨੂੰ ਤੁਹਾਨੂੰ ਵੌਇਸ ਆਫ ਵੀਡੀਓ ਦੇ ਵਿੱਚ। ਬਹੁਤ ਮਿਹਰਬਾਨੀ ਜੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਜਿਹੜੀਆਂ ਜਥੇਬੰਦੀਆਂ ਦੇ ਮੋਹਤਵਾਰ ਜਿਹੜੀਆਂ ਬੰਦਿਆਂ ਦੀਆਂ ਮੀਟਿੰਗਾਂ ਹੋਈਆਂ। ਤਾਂ ਸਭ ਤੋਂ ਜਿਹੜਾ ਵੱਡਾ ਏਜੰਡਾ ਇਹ ਸਾਰੇ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਜਿਹੜੇ 3 ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਦੀ ਕਿਰਿਆ ਵਿਧੀ ਬਾਰੇ ਉਹਨਾਂ ਨੇ ਦੱਸਿਆ ਹੋਇਆ ਕਿ 29 ਦਸੰਬਰ 2020 ਨੂੰ 11 ਵਜੇ ਦਿਨ ਮੰਗਲਵਾਰ ਨੂੰ ਮੀਟਿੰਗ ਜਿਹੜੀ ਆ ਉਹ ਸਰਕਾਰ ਦੇ ਨਾਲ ਫਿਕਸ ਕਰ ਦਿੱਤੀ ਗਈ ਆ। ਜਿਹੜਾ ਉਹਨਾਂ ਨੇ ਸੱਦਾ ਪੱਤਰ ਚਿੱਠੀਆਂ ਦੇ ਰੂਪ ਦੇ ਵਿੱਚ ਆਪਾਂ ਨੂੰ ਭੇਜ ਰਹੇ ਸੀ ਕਿਸਾਨ ਜਥੇਬੰਦੀਆਂ ਨੂੰ, ਤਾਂ ਉਹਦੇ ਜਵਾਬ ਦੇ ਵਿੱਚ ਮੀਟਿੰਗ ਦਾ ਜਿਹੜਾ ਸਮਾਂ ਤੈਅ ਕੀਤਾ ਗਿਆ, ਕਿਉਂਕਿ ਕਹਿ ਰਹੇ ਸੀ ਕਿ ਸਮਾਂ ਵੀ ਤੁਹਾਡਾ ਤੇ ਜਿਹੜਾ ਥਾਂ ਵੀ ਤੁਹਾਡੀ। ਤਾਂ ਉਹਦੇ ਸਬੰਧ ਦੇ ਵਿੱਚ ਹੁਣ ਜਥੇਬੰਦੀਆਂ ਨੇ ਵੀ ਇਹ ਡਿਸਾਈਡ ਕੀਤਾ ਕਿ ਅਸੀਂ ਮੀਟਿੰਗ ਤੁਹਾਡੇ ਨਾਲ ਕਰਾਂਗੇ ਤੇ ਆਹ ਸਾਡਾ ਸਮਾਂ ਤੇ ਆਹ ਸਾਡਾ ਹੈਗਾ ਏਜੰਡੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਏਜੰਡਿਆਂ ਬਾਰੇ ਥੋੜਾ ਵਿਸਥਾਰਪੂਰਵਕ ਦੱਸਦਾ ਕਿ ਕੀ ਏਜੰਡੇ ਉਹਨਾਂ ਨੇ ਕੀਤੇ ਆ ਤੇ ਫਿਰ ਤੁਹਾਡੇ ਤੋਂ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਜੀ। ਸਭ ਤੋਂ ਪਹਿਲਾਂ ਜੇ ਤਿੰਨੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਆ, ਉਸ ਬਾਰੇ ਹੀ ਵਿਚਾਰ ਹੋਊਗੀ ਤੇ ਉਸ ਤੋਂ ਇਲਾਵਾ ਉਹਨਾਂ ਨੇ ਕੋਈ ਗੱਲ ਕਰਨ ਦੀ ਗੱਲ ਨਹੀਂ ਕੀਤੀ। ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਖੇਤੀ ਵਸਤੂਆਂ ਹੈਗੀਆਂ, ਚੀਜ਼ਾਂ ਹੈਗੀਆਂ, ਜਿਹੜੇ ਫਸਲਾਂ ਹੈਗੀਆਂ ਜਿਵੇਂ ਆਪਾਂ ਕਹਿ ਦਈਏ, ਤੇ ਉਹਨਾਂ ਦੀ MSP ਆ ਜਿਹੜੀ ਉਹਦੇ ਬਾਰੇ ਹੀ ਡਿਸਕਸ ਕਰਾਂਗੇ। ਉਸ ਤੋਂ ਜਿਹੜਾ ਮੁੱਦਾ ਹੈਗਾ ਉਹ ਭਟਕਾਇਆ ਨਾ ਜਾਵੇ। ਪਰਾਲੀ ਵਾਲਾ ਜਿਹੜਾ ਮਸਲਾ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਕਿਸਾਨਾਂ ਨੂੰ ਇਸ ਚੋਂ ਬਾਹਰ ਰੱਖਣ ਦੀ ਗੱਲ ਕੀਤੀ ਹੈ। ਤੇ ਆਖਰੀ ਜਿਹੜਾ ਉਹਨਾਂ ਨੇ ਮੁੱਦਾ ਰੱਖਿਆ ਹੋਇਆ ਇਲੈਕਟ੍ਰਿਸਿਟੀ ਵਾਲਾ ਜਿਹੜਾ ਹੈਗਾ, ਉਹਨਾਂ ਨੂੰ ਕਿਸਾਨਾਂ ਦੀ ਪ੍ਰੋਟੈਕਸ਼ਨ ਆ ਜਿਹੜੀ ਕਿਵੇਂ ਕੀਤੀ ਜਾਵੇ। ਕੀ ਤੁਸੀਂ ਇਸ ਸਾਰੇ ਜਿਹੜੇ ਹੈਗੇ ਆ ਏਜੰਡੇ ਉਹਨਾਂ ਨੇ ਦੱਸਿਆ, ਕੀ ਤੁਸੀਂ ਸੋਚ ਰਹੇ ਆ ਵੀ ਕਿ ਇਹਨਾਂ ਨੂੰ ਗੌਰਮੈਂਟ ਜਿਹੜੀ ਹੈਗੀ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰੂਗੀ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਪਿਛੋਕੜ 'ਚ ਜਾਣਾ ਚਾਹੁੰਦਾ ਕਿ ਜਦੋਂ ਅਮਿਤ ਸ਼ਾਹ ਦੇ ਘਰ ਮੀਟਿੰਗ ਹੋਣੀ ਸੀ ਜੀ 11th ਆਵਰ ਤੇ ਉਹ ਮੀਟਿੰਗ ਦੀ ਜਗ੍ਹਾ ਬਦਲ ਦਿੱਤੀ ਗਈ। ਹਾਂਜੀ। ਤਾਂ ਉੱਥੇ ਵੀ ਕਿਸਾਨਾਂ ਨੇ ਇਹ ਗੱਲ ਰੱਖੀ ਸੀ ਕਿ ਗੱਲਬਾਤ ਦਾ ਫਾਇਦਾ ਤਾਂ ਜੇ ਜਿਹੜੇ ਮੁੱਦਿਆਂ ਤੇ ਸੰਘਰਸ਼ ਚੱਲ ਰਿਹਾ ਉਹਦੇ ਤੇ ਗੱਲ ਕਰਨੀ ਆ। ਗੱਲ ਡੈਡਲੌਕ ਹੋ ਗਿਆ, ਬਹੁਤ ਦਿਨ ਹੋ ਗਏ ਸੀਗੇ, ਕੋਈ ਗੱਲਬਾਤ ਹੋ ਨਹੀਂ ਸੀ ਰਹੀ ਜੀ। ਇੱਕ ਗੱਲ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਔਰ ਵਿਸ਼ਵਾਸ ਨਾਲ ਇਹ ਕਹਿਣੀ ਚਾਹੁੰਦਾ ਕਿ ਕਿਸਾਨੀ ਅੰਦੋਲਨ ਨੂੰ ਚਲਾਉਣ ਵਾਲੇ ਆਗੂ ਬੜੇ ਠਰਮੇ ਵਾਲੇ ਜੀ, ਬੜੀ ਡੂੰਘੀ ਤੇ ਦੂਰਅੰਦੇਸ਼ੀ ਸੋਚ ਵਾਲੇ ਜੀ ਜੀ। ਉਹਨਾਂ ਨੇ ਇਸ ਜਿਹੜਾ ਡੈਡਲੌਕ ਪਿਆ ਸੀਗਾ ਇਹਦੇ ਦੌਰਾਨ ਸਰਕਾਰੀ ਅਫਸਰਾਂ ਵੱਲੋਂ ਜਿਹੜੀਆਂ ਚਿੱਠੀਆਂ ਆਈਆਂ, ਈਮੇਲ ਆ ਗਈ, ਉਹਦਾ ਜਵਾਬ ਦੇ ਦਿੱਤਾ, ਫਿਰ ਈਮੇਲ ਆ ਗਈ, ਫਿਰ ਜਵਾਬ ਦੇ ਦਿੱਤਾ, ਤੇ ਇੰਝ ਲੱਗਦਾ ਸੀ ਵੀ ਸ਼ਾਇਦ ਕੋਈ ਗੱਲ ਹੁਣ ਅੱਗੇ ਤੁਰਨੀ ਨਹੀਂ ਤੇ ਸੰਘਰਸ਼ ਨੂੰ ਕੋਈ ਨਵਾਂ ਮੋੜਾ ਦੇਣ ਦੀਆਂ ਗੱਲਾਂ ਵੀ ਇੱਧਰੋਂ ਉੱਧਰੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਪਰ ਕਿਸਾਨੀ ਅੰਦੋਲਨ ਦੇ ਲੀਡਰ ਜਿਹੜੇ ਆ, ਜਿਹੜੇ ਉਹਦੇ ਦੇ ਆਗੂ ਆ, ਬੜੇ ਸੂਝਵਾਨ ਆ ਜੀ, ਉਹਨਾਂ ਨੇ ਇਸ ਗੇਂਦ ਨੂੰ ਦੁਬਾਰਾ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤਾ। ਬਿਲਕੁਲ ਜੀ। ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਗੱਲਬਾਤ ਤਾਂ ਅਸੀਂ ਭੱਜਦੇ ਹੀ ਨਹੀਂ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਗੱਲਬਾਤ ਦਾ ਸਮਾਂ ਤੈਅ ਹੋ ਗਿਆ 29 ਦਸੰਬਰ ਮੰਗਲਵਾਰ, ਸਮਾਂ ਵੀ ਤੈਅ ਕਰ ਗਿਆ 11 ਵਜੇ, ਜਗ੍ਹਾ ਵੀ ਤੈਅ ਹੋ ਗਈ। ਹਾਂਜੀ, ਜਗ੍ਹਾ ਉਹੀ ਹੈ ਜਿੱਥੇ ਪਹਿਲੀਆਂ ਮੀਟਿੰਗਾਂ ਹੁੰਦੀਆਂ ਨੇ। ਠੀਕ ਹੈ ਜੀ। ਉਂਝ ਵੈਸੇ ਕੁਝ ਲੋਕ ਇਹ ਕਹਿੰਦੇ ਸੀਗੇ ਜੇ ਤੁਸੀਂ ਬਹੁਤੀ ਗੱਲਬਾਤ ਕਰਨ ਦੇ ਸ਼ੌਕੀਨ ਹੈਗੇ ਹੋ ਜਾਂ ਤੁਹਾਨੂੰ ਬਹੁਤੀ ਚਾਹਤ ਹੈ ਗੱਲਬਾਤ ਦੀ, ਤੇ ਤੁਸੀਂ ਸਿੱਧੂ ਬਾਰਡਰ ਤੇ ਆ ਜਾਓ। ਹਾਂਜੀ ਹਾਂਜੀ। ਸੋ ਮਤਲਬ ਇਹ ਗੱਲ ਤਾਂ ਨਹੀਂ ਸੀ ਏਦਾਂ ਹੋਣੀ, ਪੋਸੀਬਿਲਿਟੀ ਨਹੀਂ ਸੀ ਹੈਗੀ,
ਕਿਉਂਕਿ ਗੱਲਬਾਤ ਕਰਨ ਵਿੱਚ ਕੁਝ ਆਗੂ ਹੀ ਜਾਂਦੇ ਆ, ਸਾਰੀ ਜਨਤਾ ਨਹੀਂ ਜਾਂਦੀ ਹੁੰਦੀ। ਸੋ ਉਹ ਗੱਲਬਾਤ ਜਿਹੜਾ ਹੁਣ 29 ਦਸੰਬਰ ਨੂੰ ਹੋਣ ਜਾ ਰਹੀ ਆ, ਉਹਦੇ ਲਈ ਦੋ ਗੱਲਾਂ ਬੜੀਆਂ ਸਪਸ਼ਟ ਹੋ ਗਈਆਂ। ਇੱਕ ਤਾਂ ਇਹ ਆ ਕਿ ਸਰਕਾਰ ਜ਼ੋਰ ਇਹੀ ਲਾਉਂਦੀ ਰਹੀ ਆ ਕਿ 5 ਮੈਂਬਰੀ ਕਮੇਟੀ ਬਣਾ ਲਓ, 7 ਮੈਂਬਰੀ ਕਮੇਟੀ ਬਣਾ ਲਓ, ਕਦੀ ਕਿਸੇ ਨੂੰ ਸੱਦ ਲਿਆ, ਕਦੀ ਕਿਸੇ ਨੂੰ ਸੱਦ ਲਿਆ। ਇਹਨਾਂ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਊਗਾ, 1-2 ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਕਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲ ਕਰਦਾ ਪਿਆ, ਕਦੀ ਯੂਪੀ ਦੇ ਕਿਸਾਨਾਂ ਨਾਲ ਗੱਲ ਕਰਦਾ ਪਿਆ, ਕਦੀ ਉਹ ਪੱਛਮੀ ਬੰਗਾਲ ਦੇ ਬਾਰੇ ਬੋਲ ਰਿਹਾ। ਪਰ ਉਹਨਾਂ ਦੀ ਬੇਵਸੀ ਹੋ ਗਈ ਜਦੋਂ ਹਰ ਗੱਲ ਦਾ ਠੋਕਵਾਂ ਜਵਾਬ ਮਿਲਿਆ। ਹੁਣ ਇਹ ਫੈਸਲਾ ਕੀਤਾ ਕਿਸਾਨਾਂ ਨੇ ਕਿ ਅਸੀਂ 29 ਤਰੀਕ ਦੀ ਮੀਟਿੰਗ ਕਰਾਂਗੇ ਤੇ ਮੁੱਦੇ ਸਾਡੇ ਜਿਹੜੇ ਇਹ ਹੋਣਗੇ। ਜੇ ਇਹਨਾਂ ਮੁੱਦਿਆਂ ਤੋਂ ਇੱਧਰ ਉੱਧਰ ਗੱਲ ਹੁੰਦੀ ਹੈ ਤੇ ਕੋਈ ਮਤਲਬ ਨਹੀਂ ਰਹਿ ਜਾਂਦਾ, ਕੋਈ ਆਧਾਰ ਨਹੀਂ ਰਹਿ ਜਾਂਦਾ। ਉਹਦੇ ਨਾਲ ਨਾਲ ਉਹਨਾਂ ਨੇ ਇਹ ਸਪਸ਼ਟ ਕਰਤਾ ਕਿ ਅਸੀਂ ਉਹ ਸਾਰੇ ਹੀ ਵਿਅਕਤੀ, ਉਹ ਸਾਰੇ ਹੀ ਲੀਡਰ ਜਾਣਗੇ ਗੱਲਬਾਤ ਲਈ ਜਿਹੜੇ ਪਹਿਲਾਂ ਜਾਂਦੇ ਸੀ। ਠੀਕ ਹੈ ਜੀ, ਉਹ ਚੋਂ ਘੱਟ ਨਹੀਂ ਹੋਊਗਾ ਕੋਈ ਵੀ। ਔਰ ਜਿਹੜੀ ਗੱਲਬਾਤ ਉਹਨਾਂ ਨੇ ਕਰਨ ਦਾ ਫੈਸਲਾ ਕੀਤਾ, ਦੱਸਿਆ, ਏਜੰਡਾ ਦੱਸਿਆ ਕਿ ਇਸ ਏਜੰਡੇ ਤੇ ਗੱਲ ਹੋਵੇ, ਉਹਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਕਿ 3 ਕਾਨੂੰਨ ਵਾਪਸ ਲੈਣ ਦੀ ਗੱਲ ਹੋਵੇ। ਮੇਨ ਮੁੱਦਾ ਹੀ ਇਹ ਹੈ। ਹਾਂਜੀ, ਬਾਰ-ਬਾਰ ਤੁਸੀਂ ਗੱਲ ਕਰਦੇ ਹੋ ਕਿ ਇਹਦੇ 'ਚ ਇਹ ਸੋਧ ਕਰ ਦਿੰਦੇ, ਇਹਦੇ 'ਚ ਇਹ ਸੋਧ ਕਰ ਦਿੰਦੇ। ਕਿਸਾਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਤੁਹਾਨੂੰ ਸੋਧਾ ਕਰਨ ਲਈ ਕਿਹਾ ਹੀ ਨਹੀਂ। ਬਿਲਕੁਲ, ਅਸੀਂ ਤਾਂ ਤੁਹਾਨੂੰ ਕਾਨੂੰਨ ਵਾਪਸ ਕਰਨ ਲਈ ਕਿਹਾ। ਜਦੋਂ ਤੁਸੀਂ ਇਹ ਸਾਨੂੰ ਪੁੱਛਿਆ ਕਿ ਇਹਨਾਂ ਵਿੱਚ ਨੁਕਸ ਕਿੱਥੇ ਆ, ਤੇ ਤੁਹਾਨੂੰ ਅਸੀਂ ਨੁਕਸ ਪਿੰਨ ਪੁਆਇੰਟ ਕਰ ਦਿੱਤੇ। ਅਸੀਂ ਤੁਹਾਨੂੰ ਇਹ ਨਹੀਂ ਕਿਹਾ ਸੀ ਕਿ ਨੁਕਸ ਦੂਰ ਕਰ ਦਿਓ। ਸਾਡਾ ਤੁਹਾਨੂੰ ਨੁਕਸ ਦੂਰ ਕਰਾਉਣ ਦੇ ਪਿੱਛੇ ਸੰਘਰਸ਼ ਨਹੀਂ ਹੈ। ਸਾਡਾ ਸੰਘਰਸ਼ ਤਾਂ ਇਹ ਕਾਨੂੰਨ ਵਾਪਸ ਲੈਣ ਤੇ। ਠੀਕ ਹੈ ਜੀ। ਦੂਜੀ ਗੱਲ ਉਹਨੇ ਕਹਿਤਾ, ਕਿਸਾਨਾਂ ਨੇ ਕਹੀ ਹੈਗੀ ਹੈ ਕਿ MSP ਦੀ ਗੱਲ, ਜਿਹਦੇ ਬਾਰੇ ਸਰਕਾਰ ਲਗਾਤਾਰ ਝੂਠ ਤੇ ਝੂਠ ਬੋਲਦੀ ਆ ਰਹੀ ਆ ਕਿ MSP ਹੈਗੀ ਆ, ਪਹਿਲਾਂ ਵੀ ਸੀ, ਹੁਣ ਵੀ ਹੈਗੀ ਤੇ ਆਉਣ ਵਾਲੇ ਦਿਨਾਂ 'ਚ ਵੀ ਰਹੂਗੀ। ਉਹ ਕਹਿੰਦੇ ਵੀ ਇਹਦੇ ਲਈ ਕਾਨੂੰਨ ਬਣਾ ਦਿਓ। ਬਿਲਕੁਲ ਠੀਕ ਹੈ ਜੀ, ਕਾਨੂੰਨ ਬਣਾ ਦਿਓ। MSP ਸਿਰਫ ਜਿਹੜੀ ਹੈਗੀ ਆ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਸੀਗੀ ਤੇ ਸਿਰਫ 2 ਫਸਲਾਂ ਤੇ ਸੀ, ਕਣਕ ਤੇ ਝੋਨਾ। ਹਾਂਜੀ, ਹੁਣ ਉਹਨਾਂ ਨੇ ਸਾਰੀਆਂ ਜਿਣਸਾਂ ਜਿਹੜੀਆਂ 22-23 ਜਿਣਸਾਂ ਦੇ ਨਾਂ ਲਿਖੇ ਆ ਕਿ ਇਹ ਜਿਣਸਾਂ ਦੇ ਉੱਤੇ MSP ਬਣਾਈ ਜਾਵੇ ਤੇ ਇਨਸ਼ੋਰ ਕੀਤਾ ਜਾਵੇ। MSP ਡਿਕਲੇਅਰ ਕਰਨਾ ਹੀ ਨਹੀਂ ਕਿ ਅਸੀਂ ਰੇਟ ਡਿਕਲੇਅਰ ਕਰਤਾ, ਉਸ ਰੇਟ ਤੇ ਖਰੀਦੋ ਵੀ। ਬਿਲਕੁਲ, ਖਰੀਦਣ ਵਾਸਤੇ ਇਨਸ਼ੋਰ ਕੀਤਾ ਜਾਵੇ। MSP ਦਾ ਮੁੱਦਾ ਜਿਹੜਾ ਸੀਗਾ, ਪਹਿਲਾਂ ਲੱਗਦਾ ਸੀ ਵੀ ਇਹ ਛੋਟੀ ਜਿਹੀ ਗੱਲ ਹੈ, ਅੱਜ ਉਹ ਵੀ ਮੁੱਦਾ ਇੱਕ ਬੜਾ ਵੱਡਾ ਬਣ ਕੇ ਆ ਗਿਆ। MSP ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। MSP ਹਰ ਸਾਲ ਜਾਂ ਹਰ ਫਸਲ ਦੇ ਸੀਜ਼ਨ ਦੇ ਹਿਸਾਬ ਨਾਲ ਡਿਕਲੇਅਰ ਕੀਤੀ ਜਾਵੇ ਤੇ ਇਹ ਵੀ ਵਿਸ਼ਵਾਸ ਦਿਵਾਇਆ ਜਾਵੇ, ਇਨਸ਼ੋਰ ਕੀਤਾ ਜਾਵੇ ਕਿ ਉਸ ਭਾਅ ਤੇ ਖਰੀਦੀ ਜਾਊਗੀ, ਉਸ ਤੋਂ ਘੱਟ ਨਹੀਂ ਖਰੀਦੀ। ਪਿਛਲੇ ਦਿਨੀ ਉਹਨਾਂ ਨੇ ਇਹ ਵੀ ਕਹਿਤਾ ਸੀਗਾ, ਆਪਣਾ ਅਮਿਤ ਸ਼ਾਹ ਜੀ ਨੇ, ਕਹਿੰਦੇ ਅਸੀਂ ਕਾਨੂੰਨ ਤਾਂ ਲਾਗੂ ਹੈਗੇ ਆ ਪਰ ਅਸੀਂ ਖਰੀਦ ਨਹੀਂ ਸਕਦੇ, ਸਾਨੂੰ ਤਾਂ ਹਜ਼ਾਰਾਂ ਕਰੋੜ ਦਾ ਘਾਟਾ ਪੈਂਦਾ। ਘਾਟਾ ਨਹੀਂ, ਘਾਟਾ ਕਿਹੜੀ ਗੱਲੋਂ ਪੈਂਦਾ ਜੀ? MSP ਬਣਾਈ ਕਾਹਦੇ ਲਈ ਹੈ? MSP ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ। ਇਹ ਮਿਨੀਮਮ ਸਪੋਰਟ ਪ੍ਰਾਈਸ ਜਦੋਂ ਡਿਕਲੇਅਰ ਹੁੰਦੀ ਨਾ ਜੀ, ਉਦੋਂ ਇਹ ਵੇਖਿਆ ਜਾਂਦਾ ਕਿ ਕਿਸਾਨੀ ਜੀ ਜਿਹੜੀ ਜਿਣਸ ਹੈ, ਜਿਹੜੀ ਉਪਜ ਹੈ, ਉਹਦੇ ਤੇ ਘੱਟੋ ਘੱਟ ਖਰਚਾ ਕਿੰਨਾ ਆਇਆ। ਜੀ ਬਿਲਕੁਲ, ਉਹਦੇ ਤੇ ਕਿੰਨਾ ਬੀਜ ਲੱਗਾ, ਕਿੰਨਾ ਉਹਦੇ ਤੇ ਖਾਦ ਪਈ, ਕਿੰਨੀਆਂ ਦਵਾਈਆਂ ਹੋਈਆਂ, ਕਿੰਨੀ ਮਿਹਨਤ ਆਈ, ਤਾਂ ਹੀ ਉਹ ਰੇਟ ਫਿਕਸ ਕੀਤਾ ਜਾਂਦਾ। ਨਹੀਂ, ਹੁਣ ਇੱਕ ਸਧਾਰਨ ਜੀ ਗੱਲ ਹੈ, ਕੱਪ ਪਿਆ ਜੀ, ਇਹ ਕੱਪ ਜਿਸ ਦੁਕਾਨਦਾਰ ਨੇ ਬਣਾਇਆ, ਵੇਚਿਆ, ਉਹਨੇ ਦੇਖਿਆ ਕਿ ਇਹਦੇ ਤੇ ਰਾ ਮਟੀਰੀਅਲ ਮੈਂ ਕਿੱਥੋਂ ਲਿਆਂਦਾ ਤੇ ਕਿੰਨੇ ਦਾ ਮਿਲਿਆ, ਇਹਦੇ ਤੇ ਮਿਹਨਤ ਕਿੰਨੀ ਪਈ, ਇਹਦੇ ਤੇ ਮੈਨੂੰ ਕੁਝ ਪੈਸੇ 4 ਬਚਣੇ ਚਾਹੀਦੇ। ਫਿਰ ਉਹਨੇ ਰੇਟ ਤੈਅ ਕਰ ਦਿੱਤਾ। ਹੁਣ ਰੇਟ ਤੈਅ ਕਰਦੀ ਸਰਕਾਰ ਤੈਅ ਕਰਦੀ ਆ, ਜਿਹੜਾ ਉਹ ਇੱਕ ਡਿਪਾਰਟਮੈਂਟ ਹੈ, ਉਹ ਦੱਸਦਾ ਕਿ ਇਸ ਫਸਲ ਉੱਤੇ ਇਸ ਸਾਲ ਇੰਨਾ ਖਰਚਾ ਹੋਇਆ ਤੇ ਕਿਸਾਨ ਦੀ ਇੰਨੀ ਮਿਹਨਤ ਹੋਈ। ਹੁਣ ਕਿਸਾਨ ਦੀ ਮਿਹਨਤ ਦੀ ਗੱਲ ਜਿਹੜੀ ਹੈ ਬੜੀ ਇੰਪੋਰਟੈਂਟ। ਪੂਰੇ ਦਾ ਪੂਰਾ ਪਰਿਵਾਰ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਉਹ ਸਾਰੇ ਕੰਮ ਕਰਦੇ ਔਰ 24 ਘੰਟੇ ਕੰਮ ਹੁੰਦਾ। 24 ਘੰਟੇ ਕੰਮ ਕਰਨ ਦਾ ਮਤਲਬ ਹੈਗਾ ਕਿ ਉਹਨਾਂ ਦੀ ਜਿਹੜੀ ਉਜਰਤ ਹੈ, ਉਹਨਾਂ ਦੀ ਜਿਹੜੀ ਮਿਹਨਤ ਹੈ, ਉਹ ਇਸ ਪ੍ਰਾਈਸ ਦੇ ਵਿੱਚ ਇਨਕਲੂਡ ਕੀਤੀ ਜਾਵੇ। ਠੀਕ ਹੈ ਜੀ, ਤਾਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਡਿਕਲੇਅਰ ਕਰਨ ਦੀ ਗੱਲ ਹੋਈ ਆ। ਘਾਟਾ ਪੈਣਾ ਜਿਹੜਾ ਅਡਾਨੀ ਅੰਬਾਨੀ ਜਾਂ ਇਹ ਤੋਂ ਪਹਿਲਾਂ ਜਿਹੜੇ ਆ ਕਰੋੜਾਂ ਰੁਪਈਆ ਲੈ ਕੇ ਵਿਦੇਸ਼ਾਂ 'ਚ ਭੱਜ ਗਏ ਆ, ਹਾਂਜੀ, ਉਹਦੇ ਲਈ ਜ਼ਿੰਮੇਵਾਰ ਕੌਣ? ਉਹਦੇ ਬਾਰੇ ਇਹਨਾਂ ਕਦੀ ਸੋਚਿਆ ਸੀਗਾ ਵੀ ਉਹ ਸਾਨੂੰ ਸਰਕਾਰ ਨੂੰ ਘਾਟਾ ਪੈਣਾ? ਔਰ NPA ਬੈਂਕਾਂ ਦੇ ਦਿਨੋਂ ਦਿਨ ਵੱਧ ਰਹੇ ਹੈਗੇ ਆ। NPA ਦਾ ਮਤਲਬ ਨਾਨ ਪ੍ਰੋਡਕਟਿਵ ਐਸਟ, ਜਿਨ੍ਹਾਂ ਤੋਂ ਕੋਈ ਤੁਹਾਨੂੰ
ਇੰਟਰਸਟ ਵੀ ਨਹੀਂ ਮਿਲਦਾ ਜੀ, ਪ੍ਰੋਡਕਟ ਵੀ ਹੈ ਨਹੀਂ, ਪ੍ਰੋਡਕਸ਼ਨ ਹੀ ਹੈ ਨਹੀਂ, ਕੁਝ ਆਮਦਨ ਆਉਂਦੀ ਹੀ ਨਹੀਂ। ਜੀ, ਜੀ, ਉਹ ਜਿਹੜੇ ਤੁਸੀਂ ਨਾਨ ਪ੍ਰੋਡਕਟਿਵ ਐਸੈਟ ਜਿਹੜੇ ਹੈਗੇ ਆ ਕ੍ਰੀਏਟ ਕਰਦੇ ਹੋ, ਖੁਦ ਆਪ ਬਣਾਉਂਦੇ ਹੋ, ਮੁੜ ਕੇ ਆਪ ਹੀ ਰਾਈਟ ਆਫ ਕਰ ਦਿੰਦੇ ਹੋ। ਉਹ ਰਾਈਟ ਆਫ ਹੋ ਸਕਦੇ ਆ। ਤੇ ਜਿਹੜਾ ਇਹ ਸਰਕਾਰਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਕਿਸਾਨਾਂ ਵਾਸਤੇ MSP ਜਿਹੜੀ ਆ ਉਹ ਡਿਕਲੇਅਰ ਕਰਨ ਤੋਂ ਬਾਅਦ ਉਸ ਤੇ ਘੱਟੋ ਘੱਟ ਰੇਟ ਉੱਤੇ ਤੁਸੀਂ ਖਰੀਦਦਾਰੀ ਕਿਉਂ ਨਹੀਂ ਕਰ ਸਕਦੇ? ਇਹਦਾ ਪ੍ਰਬੰਧ ਕਰਨ ਦੀ ਲੋੜ। ਸਾਡੇ ਦਰਸ਼ਕਾਂ ਨੂੰ ਇੱਕ ਥੋੜੀ ਜੀ ਗੱਲ ਕਲੀਅਰ ਕਰੋ ਜੀ, ਜਿਹੜੀ MSP ਆ ਉਹ ਕੀ ਉਹਨਾਂ ਨੇ ਕੋਈ ਆਰਡੀਨੈਂਸ ਬਣਾਇਆ ਸੀਗਾ ਜਾਂ ਕੋਈ ਲਿਖਤੀ ਬਿਆਨ ਜਾਰੀ ਕੀਤਾ ਸੀ ਕਿ ਕੋਈ ਮਾੜਾ ਮੋਟਾ ਕਾਨੂੰਨ ਵੀ ਬਣਾਇਆ ਸੀ ਕਿ ਉਹ ਨਹੀਂ, ਇਹ ਕੋਈ ਸ਼ੁਰੂ ਤੋਂ ਕਾਨੂੰਨ ਨਹੀਂ ਸੀ, ਇੱਕ ਚੱਲੀ ਆ ਰਹੀ ਗੱਲ ਹੈ ਕਿ ਮਤਲਬ ਕਦੋਂ ਵੀ ਉਹ ਢਾ ਸਕਦੇ ਤੇ ਬਣਾ ਸਕਦੇ ਆ, ਕਦੇ ਵੀ ਬਣਾ ਸਕਦੇ ਸੀ, ਕਦੀ ਢਾ ਸਕਦੇ ਸੀ। ਪਰ ਹੁਣ ਕਿਸਾਨਾਂ ਦੇ ਵਿੱਚ ਅਵੇਅਰਨੈਸ ਜਦੋਂ ਤੋਂ ਆਈ ਹੈ ਜੀ, ਉਹਨਾਂ ਨੂੰ ਪਤਾ ਲੱਗ ਗਿਆ ਕਿ MSP ਦੇ ਨਾਂ ਹੇਠ ਬਹੁਤ ਸਾਰੇ ਲੋਕਾਂ ਨਾਲ ਠੱਗੀ ਹੋ ਰਹੀ ਹੈ, ਕਿਸਾਨਾਂ ਨਾਲ ਠੱਗੀ ਹੋ ਰਹੀ ਹੈ। ਪੰਜਾਬ ਦਾ, ਹਰਿਆਣਾ ਦਾ ਕਿਸਾਨ ਥੋੜਾ ਅਵੇਅਰ ਹੈਗਾ ਤੇ ਇਹ MSP ਦੇ ਉੱਤੇ ਆਪਦੀ ਫਸਲ ਖਰੀਦਣ ਦੇ ਲਈ ਸਰਕਾਰ ਨੂੰ ਮਜਬੂਰ ਕਰ ਦਿੰਦਾ। ਪਰ ਸਿਰਫ 2 ਫਸਲਾਂ, ਕਣਕ ਤੇ ਝੋਨੇ ਤੇ ਹੋ ਰਹੀ ਹੈ, ਬਾਕੀ ਤੇ ਕਪਾਹ ਤੇ ਨਹੀਂ ਹੋ ਰਹੀ, ਦਾਲਾਂ ਤੇ ਨਹੀਂ ਹੋ ਰਹੀ। ਪੰਜਾਬ ਤੇ ਹਰਿਆਣਾ 'ਚ ਜਾਂ ਬਾਕੀ ਸਟੇਟਾਂ 'ਚ ਤਾਂ ਮੈਨੂੰ ਲੱਗਦਾ ਬਾਕੀ ਸਟੇਟਾਂ 'ਚ ਹੈ ਹੀ ਨਹੀਂ ਜੀ। ਬਾਕੀ ਸਟੇਟਾਂ 'ਚ ਹੁੰਦੀ ਤੇ ਐਸੇ ਵਾਰੀ ਜਿਹੜਾ ਹੁਣ ਝੋਨੇ ਦਾ ਸੀਜ਼ਨ ਲੰਘ ਕੇ ਗਿਆ, ਯੂਪੀ ਦੇ ਵਿੱਚੋਂ ਝੋਨਾ ਖਰੀਦ ਕੇ ਉਹ ਪੰਜਾਬ ਵਿੱਚ ਦੁਬਾਰਾ ਕਿਉਂ ਵਿਕਦਾ ਆ ਕੇ? ਬਿਲਕੁਲ ਜੀ, ਉਹ ਨਹੀਂ ਸੀ ਹੋਣਾ। ਜੇ ਉੱਥੇ MSP ਮਿਲਦੀ ਹੁੰਦੀ ਤੇ ਕਿਸਾਨ ਨੂੰ, ਜਿਹੜਾ ਕਿਸਾਨ ਉੱਥੇ ਉਹਦਾ ਫਾਇਦਾ ਲੈ ਲੈਂਦਾ। ਉਹਦੇ ਕੋਲ ਕਿਸਾਨ ਤੋਂ ਘੱਟ ਕੀਮਤ ਤੇ ਖਰੀਦ ਕੇ ਵਪਾਰੀਆਂ ਨੇ, ਵੱਡੇ ਵਪਾਰੀਆਂ ਨੇ ਘੱਟ ਕੀਮਤ ਖਰੀਦ ਕੇ ਉਹ ਮੁੜ ਕੇ ਉਹਦੀ ਜਿਹੜਾ ਦੋਹਰਾ ਫਾਇਦਾ ਇੱਥੇ ਲੈ ਲਿਆ। ਪਹਿਲਾਂ ਘੱਟ ਕੀਮਤ ਉੱਥੋਂ ਖਰੀਦੀ, ਫਿਰ ਵੱਧ ਕੀਮਤ ਤੇ ਲਿਆ ਕੇ ਇੱਥੇ ਵੇਚ ਦਿੱਤੀ। ਫਾਇਦਾ ਕਿਸਾਨ ਨੂੰ ਨਹੀਂ ਹੋਇਆ, ਨਾ ਉੱਥੋਂ ਦੇ ਨਹੀਂ ਹੋਇਆ, ਨਾ ਪੰਜਾਬ ਵਾਲੇ ਨੂੰ ਹੋਇਆ, ਨਾ ਯੂਪੀ ਵਾਲੇ ਨੂੰ ਹੋਇਆ। ਫਾਇਦਾ ਜਿਹੜੇ ਵਿੱਚ ਵਿਚੋਲੇ ਲੈ ਗਏ। ਇੱਕ ਤੁਸੀਂ ਗੱਲ ਡਿਕਲੇਅਰ ਕਰੋ ਜੀ ਕਿ ਜਿਵੇਂ ਹੁਣ ਪਿਛਲੇ ਕਈ ਦਿਨਾਂ ਤੋਂ ਰੇੜਕਾ ਤਾਂ ਉੱਥੇ ਹੀ ਖੜਾ, ਉਹ ਕਹਿ ਰਹੇ ਆ ਕਿ ਅਸੀਂ ਅਮੈਂਡਮੈਂਟ ਕਰਦੇ ਆ, ਕਿਸਾਨ ਕਹਿ ਰਹੇ ਅਸੀਂ ਵਾਪਸ ਕਰਵਾਉਣੇ ਆ ਕਾਨੂੰਨ। ਤੇ ਹੁਣ ਕੀ ਲੱਗਦਾ ਵੀ ਤੁਹਾਨੂੰ, ਆਪਾਂ ਉੱਥੇ ਜਾ ਰਹੇ ਆ ਕਿਸਾਨ ਜਥੇਬੰਦੀਆਂ, ਤੇ ਕੀ ਇਸ ਪਾਸੇ ਵਾਲੇ ਪਾਸੇ ਸਰਕਾਰ ਆਉਂਦੀ ਦਿੰਦੀ ਆ, ਨਜ਼ਰ ਆ ਰਿਹਾ ਇਹ ਕਿ ਨਹੀਂ ਆ ਰਿਹਾ? ਦੇਖੋ, ਗੱਲ ਇਸ ਤਰ੍ਹਾਂ ਕਿ ਇਹਦੇ ਬਾਰੇ ਕੋਈ ਯਕਦਮ ਨਹੀਂ ਕੁਝ ਕਿਹਾ ਜਾ ਸਕਦਾ ਕਿ ਇਦਾਂ ਹੋ ਜੂ। ਪਰ ਇਹ ਆ ਕਿ ਅੰਦਰੂਨੀ ਤੌਰ ਤੇ ਸਰਕਾਰ, ਪ੍ਰਧਾਨ ਮੰਤਰੀ ਤੇ ਉਹਨਾਂ ਦੇ ਸਾਥੀ ਮੰਤਰੀ ਪੂਰੀ ਤਰ੍ਹਾਂ ਥੜਕ ਚੁੱਕੇ ਆ ਜੀ। ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਂਦੀ ਹੈ। ਉਹਨਾਂ ਵੱਲੋਂ ਬਣਾਏ ਗਏ ਸਾਰੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਨਹੀਂ ਹੋ ਰਹੇ। ਉਹਨਾਂ ਦੇ ਉੱਤੇ ਕਿਸਾਨਾਂ ਦੇ ਵਿੱਚ ਦਿਨੋਂ ਦਿਨ ਰੋਹ ਵੱਧਦਾ ਜਾਂਦਾ। ਜਿਹੜੀ ਇਹ ਲੜਾਈ, ਜਿਹੜੀ ਇਹ ਸੰਘਰਸ਼ ਜਿਹੜਾ ਸਿਰਫ ਪੰਜਾਬ ਵਿੱਚ ਸ਼ੁਰੂ ਹੋਇਆ ਸੀ, ਪੂਰੇ ਪੰਜਾਬ ਵਿੱਚ ਵੀ ਨਹੀਂ ਸੀਗਾ, ਥੋੜੇ ਜ਼ਿਲ੍ਹਿਆਂ 'ਚ ਸ਼ੁਰੂ ਹੋਇਆ ਸੀ, ਥੋੜੀਆਂ ਥਾਵਾਂ ਤੇ ਸ਼ੁਰੂ ਹੋਇਆ ਸੀ, ਅੱਜ ਉਹ ਪੂਰੇ ਕੰਟਰੀ ਦਾ ਬਣ ਗਿਆ। ਔਰ ਵਿਦੇਸ਼ਾਂ ਵਿੱਚੋਂ ਵੀ ਇਸ ਗੱਲ ਦੀ ਸਪੋਰਟ ਜਿਹੜੀ ਉਹਨਾਂ ਨੂੰ, ਕਿਸਾਨਾਂ ਨੂੰ ਮਿਲਣ ਲੱਗ ਪਈ ਹੈ। ਸੋ ਸਰਕਾਰ ਤਾਂ ਬੁਰੀ ਤਰ੍ਹਾਂ ਨਿਖੜੀ ਹੋਈ ਆ, ਸਰਕਾਰ ਦੇ ਵੱਸ ਚੱਲਦੀ ਨਹੀਂ ਪਈ ਗੱਲ। ਅੱਜ ਉਹ ਮਜਬੂਰ ਹੋਈ ਪਈ ਆ। ਕਾਨੂੰਨ ਵਾਪਸ ਕਰਵਾਉਣੇ ਵੀ ਇੰਨੇ ਸੌਖੇ ਨਹੀਂ ਹੈ। ਇਹ ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਅੱਗੇ ਨਾਲੋਂ ਵੀ ਵੱਧ ਦਿਖਾਉਣੀ ਪੈਣੀ ਹੈ, ਔਰ ਇਹ ਦਿਖ ਵੀ ਰਹੀ ਹੈ। ਬਿਲਕੁਲ, ਕਿਸਾਨ ਜਿਹੜੇ ਆ ਉਹ ਪਹਿਲਾਂ 1 ਬਾਰਡਰ ਤੇ ਗਏ, ਫਿਰ 2 ਤੇ ਗਏ। ਇਸ ਵੇਲੇ ਦਿੱਲੀ ਨੂੰ ਜੋੜਦੀਆਂ ਸਾਰੀਆਂ ਛੋਟੀਆਂ ਵੱਡੀਆਂ ਸੜਕਾਂ ਬੰਦ ਹੋਈਆਂ ਪਈਆਂ। ਕਿਸਾਨ ਉਹਨਾਂ ਸਾਰਿਆਂ ਤੇ ਪਹੁੰਚ ਗਏ। ਇਧਰਲਾ ਏਰੀਆ ਜਿਹੜਾ ਯੂਪੀ ਵਾਲੇ ਪਾਸੇ ਤੋਂ ਵੀ ਕੱਲ ਬਹੁਤ ਸਾਰੇ ਟਰੈਕਟਰ ਆ ਜਿਹੜੇ ਉਹ ਬਿਲਕੁਲ ਉੱਤਰਾਖੰਡ ਵੱਲੋਂ ਆਉਂਦੇ ਤੇ ਉਹਨਾਂ ਨੇ ਬੈਰੀਗੇਡ ਤੋੜਤੇ ਪਾਸੇ ਕਰਕੇ, ਤੇ ਉੱਥੇ ਲਾਠੀ ਚਾਰਜ ਵੀ ਹੋਇਆ ਕੱਲ ਉਹਨਾਂ ਨੇ। ਸਭ ਕੁਝ ਹੋਇਆ ਜੀ। ਇਹਦੇ ਬਾਵਜੂਦ ਵੀ ਕਿਸਾਨਾਂ ਨੇ ਸਾਰੀਆਂ ਰੋਕਾਂ ਦੂਰ ਕਰਕੇ ਉਹ ਦਿੱਲੀ ਵੱਲ ਨੂੰ ਵੱਧ ਗਏ ਔਰ ਪਹੁੰਚ ਗਏ। ਠੀਕ ਹੈ ਜੀ। ਜਿਹੜੀ ਗੱਲ ਇੱਕ ਬੜੀ ਇੰਪੋਰਟੈਂਟ ਹੈ ਉਹ ਇਹ ਆ ਕਿ 29 ਤਰੀਕ ਦੀ ਜਿਹੜੀ ਮੀਟਿੰਗ ਹੋ ਰਹੀ ਆ, ਕਿਸਾਨਾਂ ਦੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਕਿ ਜੇ ਉਹ ਮੀਟਿੰਗ ਵਿੱਚ ਸਾਨੂੰ ਕਾਮਯਾਬੀ ਨਹੀਂ ਮਿਲਦੀ, ਕਿਹੜੀ ਕਾਮਯਾਬੀ? ਵੀ ਕਾਨੂੰਨ ਵਾਪਸ ਲੈਣ ਬਾਰੇ ਅਸੀਂ ਸਰਕਾਰ ਨੂੰ ਨਹੀਂ ਮਨਾ ਸਕਦੇ ਜਾਂ ਸਰਕਾਰ ਨਹੀਂ ਮੰਨਦੀ, ਤੇ ਸਾਡਾ ਅਗਲਾ ਸੰਘਰਸ਼ ਕੀ ਹੋਊਗਾ ਹੁਣੇ ਅਨਾਉਂਸ ਕਰਤਾ। ਉਹਨਾਂ ਨੇ ਅਨਾਉਂਸ ਇਹ ਕੀਤਾ ਕਿ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੋਂ ਤੀਜੇ ਬਾਰਡਰ, ਉੱਥੇ ਤੱਕ ਅਸੀਂ ਟਰੈਕਟਰਾਂ ਟਰਾਲੀਆਂ ਦੇ ਨਾਲ ਮਾਰਚ ਕਰਾਂਗੇ। ਤੁਸੀਂ ਜਿੰਨੇ ਮਰਜ਼ੀ ਹਰਡਲ ਖੜੀਆਂ ਕਰ ਲਓ, ਜਿੰਨੇ ਮਰਜ਼ੀ ਰੋਕਾਂ ਰੁਕਾਵਟਾਂ ਲਾ ਲਓ, ਅਸੀਂ ਵੇਖਾਂਗੇ ਸਾਨੂੰ ਪਿੱਛੋਂ ਆਉਣ ਵਾਲੇ ਕਿੰਨਿਆਂ ਨੇ ਰੋਕ ਲਿਆ ਤੇ ਗਾਂਹ ਜਾਣ ਤੋਂ ਕਿੰਨੇ ਰੋਕ ਸਕਦੇ। ਇਹ ਉਹਨਾਂ ਨੇ ਐਲਾਨ ਪਹਿਲਾਂ ਹੀ ਕਰ ਦਿੱਤਾ। ਇਹ ਐਲਾਨ ਕੱਲ ਕਰਤਾ ਜੀ ਉਹਨਾਂ ਨੇ ਕਿ ਜਿਹੜੀ ਆਉਣ ਵਾਲੀ 30 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕੱਢਾਂਗੇ ਸਾਰੇ ਸਿੰਘੂ ਬਾਰਡਰ, ਟਿਕਰੀ ਬਾਰਡਰ। ਇਹੀ ਮੈਂ ਦੱਸ ਕੇ ਹਟਾਂ ਵੀ ਜੇ 29 ਦੀ ਮੀਟਿੰਗ ਅਸਫਲ ਹੋ ਜਾਂਦੀ ਤੇ 30 ਨੂੰ ਇਹ ਕਾਰਵਾਈ ਹੋਊਗੀ। 30 ਨੂੰ ਇਹ ਕਾਰਵਾਈ ਹੋਊਗੀ। ਬਿਲਕੁਲ ਜੀ, ਬਿਲਕੁਲ। ਅਤੇ ਇੱਕ ਹੋਰ ਉਹਨਾਂ ਨੇ ਫੈਸਲਾ ਕੀਤਾ ਜੀ ਕਿ 31 ਦਸੰਬਰ ਤੇ 1 ਦਸੰਬਰ ਨੂੰ ਦਿੱਲੀ ਦੇ ਲਾਗੇ ਵਾਲੇ ਜਿਹੜੇ ਏਰੀਏ ਹੈਗੇ ਆ, ਸਾਰੇ ਪਿੰਡਾਂ ਵਾਲੇ ਜਾਂ ਸ਼ਹਿਰ ਦੀ ਜਿਹੜੀ ਆਵਾਮ ਹੈਗਾ,
ਉਹ ਸਾਡੇ ਕੋਲੇ ਆਓ ਤੇ ਨਵਾਂ ਸਾਲ ਆਪਾਂ ਸਾਰੇ ਇਕੱਠੇ ਸੈਲੀਬ੍ਰੇਟ ਕਰਦੇ ਹਾਂ ਜੀ ਇੱਥੇ। ਦੇਖੋ ਹੁਣ ਤੱਕ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਤੇ ਕਿਸਾਨਾਂ ਨੇ ਉੱਥੇ ਹੀ ਬੈਠ ਕੇ ਬਹੁਤ ਸਾਰੇ ਇਤਿਹਾਸਕ ਦਿਨ ਸੈਲੀਬ੍ਰੇਟ ਕੀਤੇ। ਬਿਲਕੁਲ। ਸਭ ਤੋਂ ਪਹਿਲਾਂ ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਬਿਲਕੁਲ ਕੀਤਾ ਜੀ। ਉਹਨਾਂ ਨੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ ਸਰਹੱਦ ਤੇ ਹੀ ਮਨਾਇਆ। ਸਰਹੱਦ ਤੇ ਉਹਨਾਂ ਨੇ ਉੱਥੇ ਹੀ ਬਾਰਡਰ ਤੇ ਹੀ ਉਹਦੇ ਬਾਬੇ ਨਾਨਕ ਦੇ ਸੰਬੰਧ ਵਿੱਚ ਪਾਠ ਕੀਤੇ, ਕੀਰਤਨ ਕੀਤੇ, ਉੱਥੇ ਹੀ ਉਹਨਾਂ ਨੇ ਦੀਵੇ ਜਗਾਏ, ਰੋਸ਼ਨੀ ਕੀਤੀ, ਜਿਵੇਂ ਸਾਡੀ ਪਰੰਪਰਾ। ਜੀ ਜੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਹਿਊਮੈਨਿਟੇਰੀਅਨ ਗਰਾਊਂਡ ਤੇ ਜਿਹੜੇ ਲੋਕਾਂ ਨੇ ਤਸ਼ੱਦਦ ਝੱਲੇ ਹੈਗੇ ਆ, ਜੇਲ੍ਹਾਂ 'ਚ ਬੰਦ ਕੀਤੇ ਗਏ ਹੈਗੇ ਆ, ਉਹਨਾਂ ਦਾ ਦਿਨ ਵੀ ਉੱਥੇ ਸੈਲੀਬ੍ਰੇਟ ਕੀਤਾ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀ ਉੱਥੇ ਮਨਾਇਆ ਗਿਆ। ਜੀ ਜੀ। ਉਸ ਤੋਂ ਬਾਅਦ ਊਧਮ ਸਿੰਘ ਦਾ ਜਿਹੜਾ ਜਨਮ ਦਿਹਾੜਾ ਵੀ ਉੱਥੇ ਮਨਾਇਆ ਗਿਆ। ਬਿਲਕੁਲ ਜੀ ਬਿਲਕੁਲ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਵਾਂ ਸਾਲ ਜਿਹੜਾ ਵਾ ਉਹ ਅਸੀਂ ਇੱਥੇ ਹੀ ਮਨਾਉਣਾ। ਬਿਲਕੁਲ ਜੀ। ਉਹਦੇ ਨਾਲ ਦੋ ਗੱਲਾਂ, ਇੱਕ ਤਾਂ ਇਹ ਕਿ ਜਿਹੜੇ ਲੋਕ ਉੱਥੇ ਬੈਠੇ ਆ ਉਹਨਾਂ ਦੇ ਵਿੱਚ ਉਹ ਹਿੰਮਤ, ਉਹ ਤਾਕਤ, ਉਹ ਜੋਸ਼ ਭਰਿਆ ਰਹੇ। ਇੱਕ ਉਹਨਾਂ ਨੇ ਕਾਲ ਕੀਤੀ ਹੈ ਕਿ ਤੁਸੀਂ ਜਿਹੜੇ ਲਾਗੇ ਬੰਨੇ ਦੇ ਲੋਕ ਹੈਗੇ ਉਹ ਵੀ ਆਓ, ਉਹ ਆਓ ਤੇ ਦੇਖੋ ਅਸੀਂ ਕਿਵੇਂ ਸੈਲੀਬ੍ਰੇਟ ਕਰਦੇ ਹਾਂ, ਅਸੀਂ ਕਿੰਨੇ ਜੋਸ਼ ਵਿੱਚ ਹੈਗੇ ਆ, ਸਾਡੇ 'ਚ ਕਿੰਨੀ ਹਿੰਮਤ ਹੈ, ਸਾਡੇ 'ਚ ਕਿੰਨਾ ਜਜ਼ਬਾ, ਸਾਡੇ 'ਚ ਕਿੰਨਾ ਉਤਸ਼ਾਹ ਵਾ, ਸਾਡੇ 'ਚ ਕਿੰਨਾ ਡਿਸਪਲਿਨ। ਜਿਹੜੀ ਸਭ ਤੋਂ ਵੱਡੀ ਗੱਲ, ਉਹ ਡਿਸਪਲਿਨ ਵੇਖਣ ਦੇ ਲਈ, ਉਹ ਜੋਸ਼ ਵੇਖਣ ਦੇ ਲਈ ਉਹਨਾਂ ਨੇ ਕਾਲ ਕੀਤੀ ਕਿ ਆਓ ਤੁਹਾਨੂੰ ਵਿਖਾਈਏ। ਔਰ ਨਾਲ ਦੀ ਨਾਲ ਮਕਸਦ ਜਿਹੜਾ ਇਹ ਆ ਦੱਸਣਾ ਕਿ ਅਸੀਂ ਇੱਥੇ ਬੈਠੇ ਕਿਉਂ, ਅਸੀਂ ਆਏ ਕਿਉਂ। ਇਹ 27 ਤੇ 28 ਤਰੀਕ ਆਉਣ ਵਾਲੇ ਦਿਨ ਆ ਜਿਹੜੇ ਕੱਲ ਪਰਸੋਂ, ਇਹਨਾਂ ਦੋਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਆ ਜਿਹੜਾ ਉਹ ਵੀ ਉੱਥੇ ਮਨਾਉਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿ ਆਪਾਂ ਸਾਰਾ ਜਿਹੜਾ ਸਿੱਖ ਭਾਈਚਾਰਾ ਹੈਗਾ ਉੱਥੇ ਆ ਕੇ ਆਪਾਂ ਇੱਥੇ ਮਨਾਵਾਂਗੇ। ਇਹ ਭਿੰਡਰ ਸਾਹਿਬ ਇਹ ਜਿਹੜਾ ਹਫਤਾ ਚੱਲ ਰਿਹਾ ਨਾ ਜੀ, ਇਹ ਸਿੱਖ ਧਰਮ ਦੇ ਵਿੱਚ ਬਹੁਤ ਹੀ ਸਤਿਕਾਰ ਵਾਲਾ ਹਫਤਾ ਮੰਨਿਆ ਜਾਂਦਾ। ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਜਿਹੜਾ ਸੀ, ਉਹਦੇ 'ਚ ਉਹਨਾਂ ਦੀ ਮਾਤਾ ਬੀਬੀ ਗੁਜਰੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ। ਔਰ ਅਸੀਂ ਬੜੇ ਵਿਰਾਗਮਈ ਹੁੰਨੇ ਆ ਇਸ ਹਫਤੇ ਦੇ ਦੌਰਾਨ। ਇਸੇ ਕਰਕੇ ਉਹਨਾਂ ਨੇ, ਕਿਸਾਨਾਂ ਨੇ ਵੀ, ਕਿਉਂਕਿ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸੰਬੰਧ ਹੈ, ਉਹਨਾਂ ਨੇ ਵੀ ਇਹ ਫੈਸਲਾ ਕੀਤਾ ਕਿ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਆ, ਵੱਡੇ ਸਾਹਿਬਜ਼ਾਦੇ ਆ, ਜਿਹੜਿਆਂ ਨੂੰ ਨੀਹਾਂ 'ਚ ਚਿਣਿਆ ਗਿਆ, ਜਿਹੜੇ ਜੰਗ 'ਚ ਸ਼ਹੀਦ ਹੋ ਗਏ ਆ, ਬੀਬੀ ਗੁਜਰੀ ਜਿਹੜੀ ਮਾਤਾ ਗੁਜਰੀ ਉਹ ਸ਼ਹੀਦ ਹੋਏ ਆ, ਅਸੀਂ ਉਹਨਾਂ ਦਾ ਸ਼ਹੀਦੀ ਪੁਰਬ ਇੱਥੇ ਹੀ ਮਨਾਵਾਂਗੇ। ਉਹਦੇ ਪਿੱਛੇ ਵੀ ਸਿੱਧੀ ਭਾਵਨਾ ਜਿਹੜੀ ਉਹ ਸਮਝ ਆਉਂਦੀ ਆ ਕਿ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਿਣਾ, ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ। ਯਾਦ ਅਸੀਂ ਨਹੀਂ ਰੱਖਣਾ, ਅਸੀਂ ਦੂਜਿਆਂ ਨੂੰ ਵੀ ਦੱਸਣਾ। ਠੀਕ ਹੈ ਜੀ। ਇਹ ਇੱਕ ਬਹੁਤ ਵੱਡੀ ਪਰੰਪਰਾ, ਬਹੁਤ ਮਾਣਮੱਤੀ ਪਰੰਪਰਾ, ਸਾਡੇ ਗੌਰਵਮਈ ਇਤਿਹਾਸ ਦਾ ਇੱਕ ਪੰਨਾ, ਜਿਹਨੂੰ ਕਿਸਾਨਾਂ ਨੇ ਉਸ ਲੜੀ ਨੂੰ ਅੱਗੇ ਤੋਰਨ ਦੀ ਗੱਲ ਕੀਤੀ ਹੈ। ਜੀ ਮੈਂ ਦੁਬਾਰਾ ਫਿਰ ਜੀ ਉਸੇ ਹੀ ਜਿਹੜੀਆਂ ਮੀਟਿੰਗ ਦੇ ਉੱਤੇ ਆ ਰਿਹਾ ਕਿ ਮੰਨ ਲਓ, ਸਪੋਜ਼ ਕਰੋ ਕਿ ਜਿਹੜਾ ਇਹ ਕੋਈ ਨਾ ਕੋਈ ਹੱਲ ਨਿਕਲ ਆਉਂਦਾ, ਮੰਨ ਲਓ ਕਿਸੇ ਨਾ ਕਿਸੇ ਪਾਸੇ ਜਿਹੜੀ ਸਰਕਾਰ ਆ ਉਹ ਵਲਵਲੇਵਾਂ ਪਾ ਕੇ ਇਹਨਾਂ ਨੂੰ ਉਸ ਹੱਲ ਤੇ ਲੈ ਆਉਂਦੇ ਆ, ਤਾਂ ਉਸ ਤੋਂ ਬਾਅਦ ਸਰਕਾਰ ਦਾ ਰਿਐਕਸ਼ਨ ਕੀ ਹੋ ਸਕਦਾ? ਕੀ ਜਿਹੜੇ ਬੰਦੇ ਮੂਹਰੇ ਲੱਗੇ ਹੋਏ ਆ, ਸਪੋਜ਼ ਕਰੋ ਕਿੰਨੀਆਂ ਪਾਰਟੀਆਂ ਦੇ ਨੁਮਾਇੰਦੇ ਮੂਹਰੇ ਲੱਗੇ ਹੋਏ ਆ, ਕਿ ਉਹਨਾਂ ਨੂੰ ਮੂਹਰੇ ਲੱਗਣ ਦਾ ਖਾਮਿਆਜਾ ਭੁਗਤਣਾ ਪੈ ਸਕਦਾ? ਤੁਹਾਨੂੰ ਲੱਗ ਰਿਹਾ ਕਿ ਬਈ ਇੱਥੋਂ ਕਿਵੇਂ ਨਾ ਕਿਵੇਂ ਉਹ ਆਪਦਾ ਕੋਈ ਉਲਝੇਵਾਂ ਪਾ ਕੇ ਇਹ ਬੰਦ ਕਰਵਾ ਦਿੰਦੇ ਆ, ਤਾਂ ਉਸ ਤੋਂ ਬਾਅਦ ਦਾ ਜਿਹੜਾ ਇਹਨਾਂ ਦਾ ਸਰਕਾਰ ਦਾ ਰਿਐਕਸ਼ਨ ਆ ਜਿਹੜਾ ਉਹ ਕੀ ਪੋਜ਼ਿਟਿਵ ਆਊਗਾ ਕਿ ਇਹਨਾਂ ਨੂੰ ਫਿਰ ਉਹੀ ਪਰਚੇ? ਦੇਖੋ ਮੈਂ ਦੱਸਦਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇੰਨੀ ਛੇਤੀ ਇਹ ਫੈਸਲਾ ਹੋਣਾ ਨਹੀਂ। ਬਿਲਕੁਲ ਠੀਕ ਹੈ ਜੀ। ਸਰਕਾਰ ਆਪਦੇ ਦਾ ਮਾਰਨੋਂ ਹਟਦੀ ਨਹੀਂ, ਝੂਠ ਬੋਲਣੋਂ ਹਟਦੇ ਨਹੀਂ। ਮੰਤਰੀ, ਪ੍ਰਧਾਨ ਮੰਤਰੀ ਨਹੀਂ ਹਟਦਾ, ਬਾਕੀਆਂ ਨੇ ਕੀ ਕਰਨਾ? ਪ੍ਰਧਾਨ ਮੰਤਰੀ ਦਿਨ ਵਿੱਚ ਲਗਾਤਾਰ ਝੂਠ ਮਾਰਦਾ, ਦਿਨ ਵਿੱਚ 5 ਦਰਜਨਾਂ ਵਾਰੀ ਝੂਠ ਬੋਲਦਾ। ਠੀਕ ਹੈ ਜੀ। ਔਰ ਪੂਰੇ ਵਰਲਡ ਵਿੱਚ ਝੂਠ ਮਸ਼ਹੂਰ ਹੋ ਗਿਆ। ਔਰ ਸਾਡਾ ਸਿਰ ਵੀ ਝੁਕਦਾ ਕਿ ਅਸੀਂ ਕੈਨੇਡਾ 'ਚ ਬੈਠੇ ਹਾਂ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਦੂਜੇ ਲੋਕ ਇਹ ਕਹਿੰਦੇ ਕਿ ਤੁਹਾਡਾ ਪ੍ਰਧਾਨ ਮੰਤਰੀ ਝੂਠਾ, ਬਾਰ-ਬਾਰ ਝੂਠ ਬੋਲਦਾ। ਉਹ ਵੀ ਲੋਕੀ ਚੈਨਲ ਦੇਖਦੇ ਆ, ਇੰਗਲਿਸ਼ ਚੈਨਲ ਤੋਂ ਵੀ ਇੱਕ ਨਿਊਜ਼ ਜਿਹੜੀ ਆਉਂਦੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ। ਠੀਕ ਹੈ ਜੀ। ਇੰਨੀ ਛੇਤੀ ਇਹ ਹੋਣਾ ਨਹੀਂ। ਠੀਕ ਹੈ ਜੀ। ਹਾਂ, ਇਹ ਹੋਣਾ ਹੈ ਜੀ, ਜਿੱਤ ਪ੍ਰਾਪਤ ਹੋਣੀ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਜ ਹੋ ਜਾਏ ਤੇ ਚਾਹੇ ਕੁਝ ਸਮਾਂ ਠਹਿਰ ਕੇ ਹੋ ਜਾਏ। ਠੀਕ ਹੈ ਜੀ। ਤੁਹਾਡਾ ਜਿਹੜਾ ਫਿਕਰਮੰਦੀ ਵਾਲਾ ਕੁਐਸਚਨ ਸੀਗਾ ਉਹ ਇਹ ਸੀਗਾ ਕਿ ਉਦੋਂ ਬਾਅਦ ਕੀ ਹੋਊਗਾ। ਦੇਖੋ, ਜਿਹੜੇ ਲੋਕ ਸੰਘਰਸ਼ ਦੇ ਵਿੱਚ ਕੁੱਦਦੇ ਆ ਨਾ ਜੀ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਖਮਿਆਜ਼ਾ ਸਾਨੂੰ ਕੀ ਭੁਗਤਣਾ ਪੈਣਾ। ਉਹਦੇ 'ਚ ਬੜੀ ਵਧੀਆ ਉਹਨਾਂ ਨੇ, ਕਿਸਾਨਾਂ ਨੇ ਗੱਲ ਕੀਤੀ ਆ।
ਉਹਨਾਂ ਨੇ ਕਹੀ ਹੈ ਵੀ ਜੇ ਅਸੀਂ ਜਿੱਤ ਕੇ ਆ ਗਏ ਤੇ ਸਾਡੇ ਗਲਾਂ 'ਚ ਹਾਰ ਪਾ ਦਿਓ, ਜੇ ਅਸੀਂ ਹਾਰ ਕੇ ਆ ਗਏ ਤੇ ਫਿਰ ਸਾਡੇ ਫੋਟੋਆਂ ਤੇ ਹਾਰ ਪਾ ਦਿਓ। ਕਾਹਦੇ ਪਾਉਣੇ ਆ ਉਹ ਲੋਕਾਂ ਨੂੰ ਪਤਾ। ਠੀਕ ਹੈ ਜੀ। ਉਹਨਾਂ ਨੇ ਜਿੱਤ ਜਿਹੜੀ ਆ ਉਹ ਪੱਕਾ ਫੈਸਲਾ ਕਰ ਲਿਆ ਕਿ ਅਸੀਂ ਜਿੱਤ ਕੇ ਹੀ ਜਾਣਾ, ਅਸੀਂ ਉਦੋਂ ਪਹਿਲਾਂ ਮੁੜਨਾ ਹੀ ਨਹੀਂ। ਉਹਨਾਂ ਨੂੰ ਇਹ ਵੀ ਪਤਾ ਕਿ ਸਰਕਾਰਾਂ ਜਿਹੜੀਆਂ ਜੀ ਉਹ ਭਾਵੇਂ ਕੋਈ ਸਰਕਾਰ ਹੋਵੇ, ਭਾਵੇਂ ਉਹ ਅੱਜ ਰਾਜ ਕਰਦੀ ਪਾਰਟੀ ਦਾ ਨਾਮ ਭਾਰਤੀ ਜਨਤਾ ਪਾਰਟੀ ਹੈ, ਕੱਲ ਨੂੰ ਰਾਜ ਕਰਦੀ ਪਾਰਟੀ ਦਾ ਨਾਮ ਕੋਈ ਹੋਰ ਹੋ ਸਕਦਾ, ਕਾਂਗਰਸੀ ਵੀ ਹੋ ਸਕਦਾ, ਕੋਈ ਹੋਰ ਪਾਰਟੀ ਦਾ ਨਾਮ ਵੀ ਹੋ ਸਕਦਾ। ਸਰਕਾਰਾਂ ਦਾ ਖਾਸਾ ਇੱਕੋ ਹੀ ਹੁੰਦਾ। ਔਰ ਇਹ ਖਾਸਾ ਕੀ ਹੈ? ਮਿਹਨਤਕਸ਼ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਬੁੱਧੀਜੀਵੀ, ਇਹਨਾਂ ਤੇ ਜ਼ੁਲਮ ਕਰਨਾ। ਜ਼ੁਲਮ ਕਿਉਂ ਕਰਦੇ? ਕਿਉਂਕਿ ਇਹ ਲੋਕ ਜਾਗਰੂਕਤਾ, ਇਹ ਲੋਕਾਂ ਦੀ ਜਾਗਰੂਕਤਾ ਹੀ ਹੋਰਨਾਂ ਨੂੰ ਜਾਗਰਤ ਕਰਦੀ ਹੈ। ਇਹ ਲੋਕਾਂ ਦੀ ਜਿਹੜੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆ, ਇਹੀ ਅਸਲ 'ਚ ਅਗਵਾਈ ਕਰਦੇ ਹੁੰਦੇ। ਅੱਜ ਵੀ ਜਾਗਦੀਆਂ ਜ਼ਮੀਰਾਂ ਵਾਲੇ ਅਗਵਾਈ ਕਰਦੇ ਆ, ਜਿਨ੍ਹਾਂ ਦੀ ਜ਼ਮੀਰਾਂ ਮਰ ਚੁੱਕੀਆਂ ਘਰੇ ਬੈਠੇ। ਠੀਕ ਹੈ ਜੀ। ਔਰ ਉਹ ਜਿਹੜੀਆਂ ਜਾਗਦੀ ਜ਼ਮੀਰ ਵਾਲੇ ਲੋਕ ਆ, ਉਹਨਾਂ ਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਸੰਘਰਸ਼ ਵਿੱਚ ਸਾਡੀ ਮੌਤ ਹੈ, ਕਿਸੇ ਨਾ ਕਿਸੇ ਸੰਘਰਸ਼ ਵਿੱਚ ਸਾਨੂੰ ਸ਼ਹੀਦੀ ਜਾਮ ਪੀਣਾ ਪੈਣਾ। ਉਦੋਂ ਬਾਅਦ ਵੀ ਇਹ ਗੱਲ ਹੋ ਸਕਦੀ ਹੈ। ਠੀਕ ਹੈ ਜੀ। ਇਹ ਉਹਨਾਂ ਨੇ ਇਹ ਜਿਹੜਾ ਰਾਹ ਚੁਣਿਆ, ਬੜਾ ਸੋਚ ਸਮਝ ਕੇ ਚੁਣਿਆ। ਇਸ ਰਾਹ ਦੇ ਉੱਤੇ ਚੱਲਦਿਆਂ ਸ਼ਹੀਦੀ ਹੀ ਹੈ, ਜ਼ਿੰਦਗੀ ਉਹਨਾਂ ਦੀ ਸ਼ਹੀਦੀ ਹੈ ਤੇ ਸ਼ਹੀਦੀ ਉਹਨਾਂ ਦੀ ਜ਼ਿੰਦਗੀ ਹੈ। ਜੀ। ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਸੁਨੇਹਾ ਤੁਹਾਡਾ ਸਾਡੇ ਦਰਸ਼ਕਾਂ ਨੂੰ, ਸਾਡੇ ਉੱਥੇ ਜਿਹੜੇ ਬੈਠੇ ਹੋਏ? ਬੜੀ ਵੱਡੀ ਗੱਲ ਹੈ ਜੀ ਕਿ ਕਿਸਾਨੀ ਅੰਦੋਲਨ ਬਹੁਤ ਹੀ ਸ਼ਾਨਦਾਰ ਪ੍ਰਾਪਤੀਆਂ ਕਰ ਰਿਹਾ ਜੀ। ਔਰ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸ਼ਾਂਤਮਈ ਹੈ ਜੀ। ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਇਹਨਾਂ ਨੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਇਕੱਠਿਆਂ ਕਰ ਦਿੱਤਾ। ਇੱਕ ਚਿੱਠੀ ਦਾ ਜ਼ਿਕਰ ਹੋਇਆ ਇਹਨਾਂ ਦਿਨਾਂ ਦੇ ਵਿੱਚ। ਉਹ ਚਿੱਠੀ ਜਿਹੜੀ ਸੀਗੀ ਜੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, ਜਿਹੜੇ ਬਹੁਤ ਓਲਡ ਏਜਡ ਇਸ ਵੇਲੇ ਹੈਗੇ ਆ, 90 ਸਾਲ ਤੋਂ ਵੱਧ ਉਹਨਾਂ ਦੀ ਉਮਰ ਹੈਗੀ ਆ। ਠੀਕ ਹੈ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਆ ਇਹ ਸੰਘਰਸ਼ ਕਰ ਰਹੇ ਆ, ਉਹ ਬਿਲਕੁਲ ਸਹੀ ਦਿਸ਼ਾ ਵੱਲ ਵੱਧ ਰਹੇ ਹੈਗੇ ਆ। ਉਹਨਾਂ ਨੇ ਦੋਹਰਾ ਜ਼ਿਕਰ ਕੀਤਾ, ਇੱਕ ਕਿਸਾਨੀ ਅੰਦੋਲਨ ਦੀ ਦਿਸ਼ਾ, ਇੱਕ ਉਹਨਾਂ ਲੋਕਾਂ ਦੀ ਦਿਸ਼ਾ ਤੇ ਦਸ਼ਾ ਜਿਹੜੇ ਇਸ ਘੋਲ ਨੂੰ, ਇਸ ਸੰਘਰਸ਼ ਨੂੰ ਦਬਾਉਣ ਦੇ ਲਈ ਕਰ ਰਹੇ। ਉਹਨਾਂ ਨੇ ਕੰਪੈਰੀਜ਼ਨ ਹਿਟਲਰ ਨਾਲ ਕੀਤਾ। ਹਿਟਲਰ ਦਾ ਮੁਕਾਬਲਾ ਕਿਵੇਂ ਹੋਇਆ ਸੀਗਾ ਤੇ ਭਾਰਤ ਸਰਕਾਰ ਦੇ ਮੋਦੀ ਦਾ ਮੁਕਾਬਲਾ ਕਿਵੇਂ ਲੋਕਾਂ ਨੇ ਕਰਨਾ, ਇਹਦਾ ਉਹਨਾਂ ਕੰਪੈਰੀਜ਼ਨ ਵੀ ਕੀਤਾ। ਦੁਨੀਆ ਦੇ ਬੁੱਧੀਜੀਵੀ, ਦੁਨੀਆ ਦੇ ਇੰਟੈਲੈਕਚੁਅਲ ਲੋਕ ਜਿਹੜੇ ਆ ਉਹ ਫਿਕਰਮੰਦ ਹੈਗੇ ਆ। ਇਹ ਕਾਮਯਾਬ ਹੋਏਗਾ, ਇਹਦੀ ਕਾਮਯਾਬੀ ਅਟੱਲ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਤੁਸੀਂ ਲਗਾਤਾਰ ਦੇਖ ਰਹੇ ਹੋ ਵੌਇਸ ਆਫ ਇੰਡੀਆ, ਤੇ ਤੁਸੀਂ ਆਪਣੀਆਂ ਕਮੈਂਟ ਆ ਜਿਹੜੇ ਉਹ ਟਿੱਪਣੀਆਂ ਦੇ ਰੂਪ ਵਿੱਚ ਸਾਨੂੰ ਦੇ ਸਕਦੇ ਹੋ। ਤੇ ਲਗਾਤਾਰ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।